ਹੈਲੋ ਫਰੈਂਡਸ, ਮੈਂ ਕਰਮ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਪੰਜਾਬ ਐਜੂਕੇਸ਼ਨ ਚੈਨਲ ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਗੁਪਤ ਸਾਮਰਾਜ ਬਾਰੇ, ਜਿਸ ਦਾ ਸਮਾਂ ਸੀ ਜੀ 320 ਤੋਂ ਲੈ ਕੇ 550 ਈਸਾ ਪੂਰਵ ਤੱਕ ਦਾ। ਹੁਣ ਤੱਕ ਜੀ ਆਪਾਂ ਏਂਸ਼ੀਅੰਟ ਹਿਸਟਰੀ ਦੇ ਅੰਦਰ ਕਵਰ ਕਰ ਚੁੱਕੇ ਹਾਂ ਜੀ ਉੱਤਰ ਮੌਰੀਆ ਕਾਲ। ਪ੍ਰੀਵੀਅਸ ਵੀਡੀਓ ਦੇ ਵਿੱਚ ਜੀ ਆਪਾਂ ਉੱਤਰ ਮੌਰੀਆ ਕਾਲ ਦੇ ਸਮੇਂ ਦੀ ਗੱਲ ਕੀਤੀ ਸੀ। ਉੱਤਰ ਮੌਰੀਆ ਕਾਲ ਦੀ ਵੀਡੀਓਜ਼ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਮੌਰੀਆ ਕਾਲ ਤੋਂ ਬਾਅਦ ਜੋ ਬ੍ਰਾਹਮਣ ਰਾਜਵੰਸ਼ ਜੀ ਭਾਰਤ ਦੇ ਵਿੱਚ ਪੈਦਾ ਹੋਇਆ, ਉਹਨਾਂ ਬਾਰੇ ਆਪਾਂ ਡਿਟੇਲ ਨਾਲ ਜਾਣਿਆ ਸੀ। ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਜੀ ਕਿ ਬ੍ਰਾਹਮਣ ਰਾਜਵੰਸ਼ਾਂ ਵੇਲੇ ਜੋ ਵਿਦੇਸ਼ੀ ਹਮਲਾਵਰ ਜਾਤੀਆਂ, ਜਿਨ੍ਹਾਂ ਵਿੱਚ ਜੀ ਯੂਨਾਨੀ, ਸ਼ਕ, ਪੱਲਵਾਦ ਜਾਤੀਆਂ ਭਾਰਤ ਦੇ ਵਿੱਚ ਆਈਆਂ ਸੀ, ਉਹਨਾਂ ਜਾਤੀਆਂ ਬਾਰੇ ਆਪਾਂ ਗੱਲ ਕੀਤੀ ਸੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਗੁਪਤ ਸਾਮਰਾਜ ਦੇ ਬਾਰੇ। ਇਹ ਉੱਤਰ ਮੌਰੀਆ ਕਾਲ ਤੋਂ ਬਾਅਦ ਦਾ ਸਮਾਂ ਹੈ ਜੀ। ਮੌਰੀਆ ਕਾਲ ਤੋਂ ਬਾਅਦ ਜੀ ਗੁਪਤ ਸਾਮਰਾਜ ਹੀ ਸੀ ਜੋ ਪੂਰੇ ਭਾਰਤ ਦੇ ਇੱਕ ਬਹੁਤ ਵੱਡੇ ਖੇਤਰ ਦੇ ਵਿੱਚ ਫੈਲਿਆ ਹੋਇਆ ਸਾਮਰਾਜ ਹੋਇਆ ਜੀ। ਅੱਜ ਇਸ ਦੇ ਆਪਾਂ ਵੱਖ-ਵੱਖ ਸ਼ਾਸਕਾਂ ਬਾਰੇ ਜਾਣਾਂਗੇ ਤੇ ਜਾਣਾਂਗੇ ਜੀ ਕਿ ਕਿਸ ਤਰ੍ਹਾਂ ਇਸ ਰਾਜਵੰਸ਼ ਦਾ ਪਤਨ ਹੋਇਆ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਚੱਲਦੇ ਵੀਡੀਓ ਨੂੰ ਲਾਈਕ ਕਰ ਦਿਓ। ਲੇਟੈਸਟ ਗਵਰਨਮੈਂਟ ਜੌਬ ਅਪਡੇਟਸ ਅਤੇ ਕੰਪੀਟੀਟਿਵ ਐਗਜ਼ਾਮ ਪ੍ਰੈਪਰੇਸ਼ਨ ਲਈ ਜੀ ਹੁਣੇ ਪੰਜਾਬ ਐਜੂਕੇਸ਼ਨ ਚੈਨਲ ਨੂੰ ਸਬਸਕ੍ਰਾਈਬ ਕਰੋ। ਪੰਜਾਬ ਐਜੂਕੇਸ਼ਨ ਚੈਨਲ ਨੂੰ ਜੀ ਤੁਸੀਂ ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਤੇ ਵੀ ਫੋਲੋ ਕਰੋ ਜੀ। ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਦਾ ਲਿੰਕ ਜੀ ਡਿਸਕ੍ਰਿਪਸ਼ਨ ਬਾਕਸ 'ਚ ਦਿੱਤਾ ਹੋਇਆ, ਹੁਣੇ ਕਲਿੱਕ ਕਰਕੇ ਜੀ ਪੰਜਾਬ ਐਜੂਕੇਸ਼ਨ ਚੈਨਲ ਨੂੰ ਫੋਲੋ ਕਰੋ। ਸਭ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਜੀ ਉਹਨਾਂ ਮੇਨ ਪੁਆਇੰਟਸ ਨੂੰ ਜਿਨ੍ਹਾਂ ਬਾਰੇ ਅੱਜ ਆਪਾਂ ਜੀ ਜਾਣਨ ਜਾ ਰਹੇ ਹਾਂ। ਸਭ ਤੋਂ ਪਹਿਲਾ ਪੁਆਇੰਟ ਹੈ ਜੀ ਜਾਣ ਪਛਾਣ, ਯਾਨੀ ਕਿ ਇੰਟਰੋਡਕਸ਼ਨ। ਸਭ ਤੋਂ ਪਹਿਲਾਂ ਜੀ ਆਪਾਂ ਇੱਕ ਓਵਰਵਿਊ ਲਵਾਂਗੇ ਕਿ ਗੁਪਤ ਸਾਮਰਾਜ ਕੀ ਹੈ, ਇਸ ਦਾ ਸਮਾਂ ਕੀ ਹੈ ਤੇ ਇਸ ਦੀਆਂ ਕੀ ਵਿਸ਼ੇਸ਼ਤਾਵਾਂ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਕਿ ਗੁਪਤ ਸਾਮਰਾਜ ਦੇ ਸਮੇਂ ਦੀ ਜੋ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਜੀ, ਇਸ ਜਾਣਕਾਰੀ ਦੇ ਸਰੋਤ ਕੀ ਨੇ। ਜਾਣਕਾਰੀ ਦੇ ਸਰੋਤਾਂ ਬਾਰੇ ਜਾਣਨ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਗੁਪਤ ਸਾਮਰਾਜ ਦੇ ਵੱਖ-ਵੱਖ ਸ਼ਾਸਕਾਂ ਬਾਰੇ। ਇਹਨਾਂ ਦੇ ਵਿੱਚ ਪਹਿਲੇ ਸ਼ਾਸਕ ਹੈ ਜੀ ਸ਼੍ਰੀ ਗੁਪਤ, ਅਗਲੇ ਹਨ ਜੀ ਘਟੋਤਗਚ ਗੁਪਤ, ਫਿਰ ਆਉਂਦੇ ਹਨ ਜੀ ਚੰਦਰਗੁਪਤ ਪਹਿਲਾ, ਉਸ ਤੋਂ ਬਾਅਦ ਹੈ ਜੀ ਸਮੁੰਦਰਗੁਪਤ। ਸਮੁੰਦਰਗੁਪਤ ਤੋਂ ਬਾਅਦ ਹੈ ਜੀ ਚੰਦਰਗੁਪਤ ਦੂਜਾ, ਜਾਂ ਜਿਨ੍ਹਾਂ ਨੂੰ ਚੰਦਰਗੁਪਤ ਵਿਕਰਮਾਦਿੱਤ ਕਿਹਾ ਜਾਂਦਾ ਹੈ ਜੀ। ਉਸ ਤੋਂ ਬਾਅਦ ਆਉਂਦੇ ਨੇ ਜੀ ਕੁਮਾਰਗੁਪਤ ਤੇ ਅੰਤ ਵਿੱਚ ਹੈ ਜੀ ਸਿਕੰਦਗੁਪਤ। ਫਿਰ ਆਪਾਂ ਦੇਖਾਂਗੇ ਜੀ ਕਿ ਕਿਸ ਤਰ੍ਹਾਂ ਇਹ ਗੁਪਤ ਵੰਸ਼ ਦਾ ਪਤਨ ਹੁੰਦਾ ਹੈ। ਉਸ ਤੋਂ ਪਹਿਲਾਂ ਜੀ ਤੁਸੀਂ ਆ ਮੈਪ ਨੂੰ ਧਿਆਨ ਨਾਲ ਦੇਖੋ। ਮੈਪ ਦੇ ਵਿੱਚ ਜੋ ਆ ਡਾਰਕ ਕਲਰ ਦਿੱਤਾ ਹੋਇਆ ਹੈ ਜੀ, ਇਹ ਵਾਲਾ ਜੋ ਸਾਰਾ ਏਰੀਆ ਜੀ ਇਹ ਗੁਪਤ ਸਾਮਰਾਜ ਦੇ ਅੰਡਰ ਸੀ। ਮੌਰੀਆ ਕਾਲ ਤੋਂ ਬਾਅਦ ਕੋਈ ਵੀ ਸਾਮਰਾਜ ਜੀ ਐਡੇ ਵੱਡੇ ਖੇਤਰ ਤੇ ਆਪਣਾ ਕਬਜ਼ਾ ਨਹੀਂ ਕਰ ਸਕਿਆ ਸੀ। ਮੌਰੀਆ ਕਾਲ ਤੋਂ ਬਾਅਦ ਕੇਵਲ ਗੁਪਤ ਸਾਮਰਾਜ ਹੀ ਸੀ ਜੋ ਐਡੇ ਵਿਸ਼ਾਲ ਖੇਤਰ ਤੇ ਜੀ ਆਪਣਾ ਸਾਮਰਾਜ ਫੈਲਾ ਚੁੱਕਿਆ ਸੀ। ਇਸ ਲਈ ਇਹ ਇੱਕ ਬਹੁਤ ਮਹੱਤਵਪੂਰਨ ਵੰਸ਼ ਹੈ ਜੀ, ਤੇ ਇਸ ਨੂੰ ਭਾਰਤੀ ਇਤਿਹਾਸ ਦਾ ਜੀ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਯਾਨੀ ਕਿ ਗੋਲਡਨ ਏਜ ਬੋਲਿਆ ਜਾਂਦਾ ਹੈ। ਹੁਣ ਇਸ ਦੇ ਬਾਰੇ ਜੀ ਆਪਾਂ ਇੱਕ ਪੁਆਇੰਟ ਕਰਕੇ ਜਾਣਦੇ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਜਾਣ ਪਹਿਚਾਣ ਦੀ, ਯਾਨੀ ਕਿ ਇੰਟਰੋਡਕਸ਼ਨ ਦੀ। ਮੌਰੀਆ ਰਾਜਵੰਸ਼ ਦੇ ਬਾਅਦ ਗੁਪਤ ਵੰਸ਼ ਨੇ ਹੀ ਜੀ ਭਾਰਤ ਦੇ ਵਿੱਚ ਰਾਜਨੀਤਿਕ ਏਕਤਾ ਕਾਇਮ ਕੀਤੀ ਹੈ। ਮੌਰੀਆ ਵੰਸ਼ ਦੀ ਵੀਡੀਓਜ਼ ਦੇ ਵਿੱਚ ਆਪਾਂ ਦੇਖਿਆ ਜੀ ਕਿ ਮੌਰੀਆ ਵੰਸ਼ ਦਾ ਅਧਿਕਾਰ ਭਾਰਤ ਦੇ ਇੱਕ ਬਹੁਤ ਵੱਡੇ ਖੇਤਰ ਦੇ ਉੱਤੇ ਸੀ। ਉਸ ਤੋਂ ਬਾਅਦ ਜੀ ਜਦੋਂ ਮੌਰੀਆ ਵੰਸ਼ ਦਾ ਰਾਜ ਖਤਮ ਹੁੰਦਾ ਹੈ, ਉੱਤਰ ਮੌਰੀਆ ਕਾਲ ਸਮੇਂ ਭਾਰਤ ਦੇ ਵਿੱਚ ਜੀ ਬ੍ਰਾਹਮਣ ਰਾਜਵੰਸ਼ ਪੈਦਾ ਹੋ ਜਾਂਦੇ ਆ। ਇਹ ਜੋ ਬ੍ਰਾਹਮਣ ਰਾਜਵੰਸ਼ ਹੈ ਜੀ ਇਹ ਛੋਟੇ ਖੇਤਰਾਂ ਦੇ ਉੱਪਰ ਅਧਿਕਾਰ ਕਰ ਲੈਂਦੇ ਆ। ਇਸੇ ਸਮੇਂ ਹੀ ਜੇ ਭਾਰਤ ਦੇ ਉੱਤੇ ਵਿਦੇਸ਼ੀ ਸ਼ਕਤੀਆਂ, ਜਿਨ੍ਹਾਂ ਦੇ ਵਿੱਚ ਜੀ ਹਿੰਦੂ ਯੂਨਾਨੀ ਆਏ, ਸ਼ਕ, ਪੱਲਵ, ਕੁਸ਼ਾਣ, ਉਹਨਾਂ ਨੇ ਜੀ ਭਾਰਤ ਦੇ ਉੱਪਰ ਹਮਲਾ ਕੀਤਾ। ਇਸ ਲਈ ਜੀ ਭਾਰਤ ਦੇ ਵਿੱਚ ਜੋ ਰਾਜਨੀਤਿਕ ਸਥਿਰਤਾ ਸੀ, ਜੋ ਰਾਜਨੀਤਿਕ ਏਕਤਾ ਸੀ, ਉਹ ਕਾਇਮ ਨਹੀਂ ਹੋ ਸਕੀ ਤੇ ਕੋਈ ਵੀ ਵੱਡਾ ਰਾਜਵੰਸ਼ ਜੀ ਪੈਦਾ ਨਹੀਂ ਹੋਇਆ। ਇਹ ਗੁਪਤ ਵੰਸ਼ ਹੀ ਸੀ ਜੀ ਜਿਸ ਨੇ ਭਾਰਤ ਦੇ ਇੱਕ ਬਹੁਤ ਵੱਡੇ ਖੇਤਰ ਦੇ ਉੱਤੇ ਆਪਣਾ ਅਧਿਕਾਰ ਕੀਤਾ ਤੇ ਉਸ ਖੇਤਰ ਦੇ ਵਿੱਚ ਜੀ ਇੱਕ ਰਾਜਨੀਤਿਕ ਏਕਤਾ ਦਾ ਮਾਹੌਲ ਪੈਦਾ ਕੀਤਾ। ਸਾਰੇ ਖੇਤਰ ਦੇ ਵਿੱਚ ਰਾਜਨੀਤਿਕ ਏਕਤਾ ਲੈ ਕੇ ਆਂਦੀ। ਗੁਪਤ ਵੰਸ਼ ਦੇ ਸਮੇਂ ਨੂੰ ਜੀ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ, ਯਾਨੀ ਕਿ ਗੋਲਡਨ ਏਜ ਬੋਲਿਆ ਜਾਂਦਾ ਹੈ ਜੀ। ਜੋ ਗੁਪਤ ਸਾਮਰਾਜ ਦਾ ਸਮਾਂ ਸੀ, ਇਸ ਨੂੰ ਇਹ ਕਿਉਂ ਬੋਲਿਆ ਜਾਂਦਾ ਹੈ ਜੀ, ਆਪਾਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੇ ਇਸ ਵੀਡੀਓ ਦੇ ਅੰਦਰ ਜਾਣਾਂਗੇ ਜੀ। ਗੁਪਤ ਵੰਸ਼ ਦੇ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਇਹ ਸਮਾਂ ਸੀ ਜੀ 300 ਤੋਂ ਲੈ ਕੇ 550 ਈਸਾ ਪੂਰਵ ਤੱਕ ਦਾ। ਇਸ ਸਮੇਂ ਜੀ ਭਾਰਤ ਦੇ ਵਿੱਚ ਕਲਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਜੀ। ਗੁਪਤ ਸ਼ਾਸਕਾਂ ਦੇ ਦਰਬਾਰ ਵਿੱਚ ਜੀ ਬਹੁਤ ਸਾਰੇ ਵਿਦਵਾਨ ਹੁੰਦੇ ਸੀ। ਇਹਨਾਂ ਵਿੱਚੋਂ ਜੋ ਮੁੱਖ ਵਿਦਵਾਨ ਆ ਜੀ ਉਹਨਾਂ ਦੇ ਨਾਮ ਇੱਥੇ ਮੈਂਸ਼ਨ ਕੀਤੇ ਗਏ ਆ ਜੀ। ਇਹਨਾਂ ਵਿੱਚੋਂ ਮੁੱਖ ਸੀ ਜੀ ਕਾਲੀਦਾਸ, ਆਰੀਆ ਭੱਟ, ਹਰੀ ਸੈਨ ਤੇ ਵਿਸ਼ਾਖ ਦੱਤ। ਅੱਜ ਦੀ ਇਹ ਆਪਣੀ ਵੀਡੀਓ ਜੀ ਗੁਪਤ ਸਾਮਰਾਜ ਦਾ ਪਾਰਟ ਨੰਬਰ 1 ਹੈ ਜੀ। ਸੈਕਿੰਡ ਪਾਰਟ ਦੇ ਅੰਦਰ ਆਪਾਂ ਗੱਲ ਕਰਾਂਗੇ ਜੀ ਕਿ ਗੁਪਤ ਸਾਮਰਾਜ ਦਾ ਪ੍ਰਸ਼ਾਸਨ ਪ੍ਰਬੰਧ ਕਿਸ ਤਰ੍ਹਾਂ ਸੀ, ਉਸ ਸਮੇਂ ਦੇ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਅਤੇ ਕਲਾ ਦਾ ਵਿਕਾਸ ਕਿਵੇਂ ਹੋਇਆ। ਇਹ ਸਾਰੇ ਜੀ ਟੌਪਿਕਸ ਬਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ। ਜੇਕਰ ਤੁਸੀਂ ਉੱਤਰ ਮੌਰੀਆ ਕਾਲ ਦੀਆਂ ਵੀਡੀਓਜ਼ ਅਜੇ ਤੱਕ ਨਹੀਂ ਦੇਖੀਆਂ ਜੀ ਤਾਂ ਉਹਨਾਂ ਦਾ ਲਿੰਕ ਉੱਪਰ ਆਈ ਬਟਨ 'ਚ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਦਿੱਤਾ ਹੋਇਆ, ਤੁਸੀਂ ਕਲਿੱਕ ਕਰਕੇ ਜੀ ਪਹਿਲਾਂ ਉਹ ਵੀਡੀਓ ਦੇਖ ਲਓ ਤਾਂ ਕਿ ਤੁਸੀਂ ਅੱਜ ਦੀ ਵੀਡੀਓ ਨੂੰ ਵਧੀਆ ਢੰਗ ਨਾਲ ਸਮਝ ਸਕੋ।
ਗੁਪਤ ਕਾਲ ਦੇ ਓਵਰਵਿਊ ਤੋਂ ਬਾਅਦ ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕਿ ਗੁਪਤ ਕਾਲ ਦੇ ਸਮੇਂ ਦੀ ਜੋ ਆਪਾਂ ਨੂੰ ਜਾਣਕਾਰੀ ਮਿਲਦੀ ਹੈ, ਇਹ ਜਾਣਕਾਰੀ ਦੇ ਸਰੋਤ ਕਿਹੜੇ-ਕਿਹੜੇ ਨੇ। ਜਾਣਕਾਰੀ ਦੇ ਸਰੋਤਾਂ ਨੂੰ ਜੀ ਦੋ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਜੀ ਪੁਰਾਤਾਤਵਿਕ ਸਰੋਤ, ਜੋ ਆਪਾਂ ਨੂੰ ਖੁਦਾਈ ਦੇ ਦੌਰਾਨ ਮਿਲਦੇ ਆ ਜੀ। ਦੂਸਰਾ ਹੈ ਜੀ ਸਾਹਿਤਿਕ ਸਰੋਤ, ਜੋ ਸਮੇਂ ਦਾ ਸਾਹਿਤ ਰਚਿਆ ਗਿਆ ਜੀ, ਉਹਨਾਂ ਨੂੰ ਆਪਾਂ ਸਾਹਿਤਿਕ ਸਰੋਤ ਦੇ ਵਿੱਚ ਰੱਖਦੇ ਹਾਂ। ਪੁਰਾਤਾਤਵਿਕ ਸਰੋਤ ਦੇ ਵਿੱਚ ਸਭ ਤੋਂ ਪਹਿਲਾ ਹੈ ਜੀ ਅਭਿਲੇਖ। ਇਹਨਾਂ ਦੇ ਵਿੱਚ ਜੀ 3 ਅਭਿਲੇਖ ਪ੍ਰਮੁੱਖ ਨੇ। ਪਹਿਲਾ ਹੈ ਜੀ ਪ੍ਰਯਾਗ ਪ੍ਰਸ਼ਸਤੀ ਅਭਿਲੇਖ। ਇਸ ਦੀ ਰਚਨਾ ਜੀ ਹਰੀ ਸੈਨ ਦੇ ਦੁਆਰਾ ਕੀਤੀ ਗਈ ਹੈ। ਜੋ ਹਰੀ ਸੈਨ ਹੈ ਜੀ, ਇਹ ਗੁਪਤ ਸ਼ਾਸਕਾਂ ਦੇ ਜੀ ਦਰਬਾਰ ਦੇ ਵਿੱਚ ਇੱਕ ਦਰਬਾਰੀ ਕਵੀ ਸੀ। ਦੂਸਰਾ ਹੈ ਜੀ ਜੂਨਾਗੜ੍ਹ ਅਭਿਲੇਖ। ਜੂਨਾਗੜ੍ਹ ਅਭਿਲੇਖ ਤੋਂ ਵੀ ਆਪਾਂ ਨੂੰ ਜੀ ਗੁਪਤ ਸਾਮਰਾਜ ਦੇ ਸਮੇਂ ਦੀ ਜਾਣਕਾਰੀ ਮਿਲਦੀ ਹੈ। ਇਹ ਜੂਨਾਗੜ੍ਹ ਅਭਿਲੇਖ ਦੀ ਜੀ ਰਚਨਾ ਕਰਵਾਈ ਗਈ ਸੀ ਰੁਦਰਦਾਮਨ ਦੁਆਰਾ। ਇਹ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਜੀ ਕਿ ਰੁਦਰਦਾਮਨ ਕੌਣ ਸੀ, ਇਸ ਦੇ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਤੀਸਰਾ ਹੈ ਜੀ ਏਰਨ ਅਭਿਲੇਖ। ਇਸ ਦੀ ਰਚਨਾ ਕੀਤੀ ਗਈ ਹੈ ਜੀ ਭਾਨੂਗੁਪਤ ਦੁਆਰਾ। ਇਹ ਜੋ ਭਾਨੂਗੁਪਤ ਸੀ ਜੀ, ਇਹ ਗੁਪਤ ਸਾਮਰਾਜ ਦੇ ਆਖਰੀ ਸ਼ਾਸਕਾਂ ਦੇ ਵਿੱਚੋਂ ਇੱਕ ਸੀ। ਇਹ ਹੋ ਗਏ ਜੀ ਪੁਰਾਤਾਤਵਿਕ ਸਰੋਤਾਂ ਦੇ ਵਿੱਚ ਜੋ ਆਪਾਂ ਨੂੰ ਅਭਿਲੇਖ ਮਿਲੇ ਆ। ਇਸ ਤੋਂ ਇਲਾਵਾ ਜੀ ਆਪਾਂ ਨੂੰ ਕੁਝ ਸਿੱਕੇ ਵੀ ਪ੍ਰਾਪਤ ਹੋਏ ਆ, ਜਿਸ ਵਿੱਚ ਜੀ ਸੋਨੇ ਚਾਂਦੀ ਆਦਿ ਦੇ ਸਿੱਕੇ ਸੀ। ਇਹਨਾਂ ਸਿੱਕਿਆਂ ਤੋਂ ਵੀ ਜੀ ਆਪਾਂ ਨੂੰ ਬਹੁਤ ਸਾਰੀਆਂ ਜਾਣਕਾਰੀਆਂ ਪ੍ਰਾਪਤ ਹੁੰਦੀਆਂ ਨੇ। ਇਸ ਤੋਂ ਅਗਲਾ ਹੈ ਜੀ ਸਾਹਿਤਿਕ ਸਰੋਤ। ਸਾਹਿਤਿਕ ਸਰੋਤ ਦੇ ਅੰਦਰ ਜੀ ਆਪਾਂ ਨੂੰ ਉਸ ਸਮੇਂ ਦੇ ਜੋ ਵਿਦਵਾਨ ਸੀ ਉਹਨਾਂ ਦੀਆਂ ਰਚਨਾਵਾਂ ਮਿਲਦੀਆਂ ਨੇ। ਇਹ ਕਿਹੜੇ-ਕਿਹੜੇ ਵਿਦਵਾਨ ਸੀ ਜੀ, ਇਹਨਾਂ ਦੇ ਵਿੱਚੋਂ ਮੁੱਖ ਦੇ ਨਾਮ ਦੇਖ ਲੈਂਦੇ ਆ ਜੀ ਆਪਾਂ। ਪਹਿਲਾ ਹੈ ਜੀ ਕਾਲੀਦਾਸ, ਦੂਸਰਾ ਸੀ ਜੀ ਆਰੀਆ ਭੱਟ, ਤੀਜਾ ਹੈ ਜੀ ਹਰੀ ਸੈਨ ਤੇ ਚੌਥਾ ਸੀ ਜੀ ਵਿਸ਼ਾਖ ਦੱਤ। ਇਹਨਾਂ ਦੀਆਂ ਜੋ ਜਾਣਕਾਰੀਆਂ ਸੀ, ਜੋ ਇਹਨਾਂ ਦੀਆਂ ਰਚਨਾਵਾਂ ਜੀ, ਇਹਨਾਂ ਤੋਂ ਵੀ ਆਪਾਂ ਨੂੰ ਜੀ ਉਸ ਸਮੇਂ ਦੀ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਸਾਹਿਤਿਕ ਸਰੋਤਾਂ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਗੁਪਤ ਵੰਸ਼ ਦੇ ਸ਼ਾਸਕਾਂ ਬਾਰੇ। ਸਭ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਜੀ ਕਿ ਗੁਪਤ ਵੰਸ਼ ਦਾ ਸਮਾਂ ਕੀ ਸੀ। ਗੁਪਤ ਵੰਸ਼ ਦਾ ਸਮਾਂ ਮੰਨਿਆ ਜਾਂਦਾ ਹੈ ਜੀ 300 ਤੋਂ ਲੈ ਕੇ 550 ਈਸਵੀ ਤੱਕ ਦਾ। ਤੇ ਨਾਲ ਜੋ ਜੀ ਇਹ ਡਾਇਗਰਾਮ ਸ਼ੋ ਕੀਤਾ ਗਿਆ, ਜੋ ਪਿਕਚਰ ਸ਼ੋ ਕੀਤੀ ਗਈ ਹੈ ਜੀ, ਇਸ ਦੇ ਵਿੱਚ ਜੋ ਹੈ ਡਾਰਕ ਵਾਲਾ ਸਾਰਾ ਜੀ ਏਰੀਆ, ਇਹ ਵਾਲਾ ਜੀ ਜੋ ਗੁਪਤ ਸਾਮਰਾਜ ਦੇ ਅੰਡਰ ਆਉਂਦਾ ਸੀ ਜੀ। ਇਸ ਤੇ ਗੁਪਤ ਸ਼ਾਸਕ ਆਪਣਾ ਸਾਮਰਾਜ ਚਲਾਉਂਦੇ ਸੀ ਜੀ, ਇੱਥੇ ਉਹ ਸ਼ਾਸਨ ਕਰਦੇ ਸੀ। ਸਭ ਤੋਂ ਪਹਿਲੇ ਜੇ ਸ਼ਾਸਕ ਬਾਰੇ ਪੜ੍ਹਦੇ ਹਾਂ ਤਾਂ ਜੀ ਉਹ ਸੀ ਸ਼੍ਰੀ ਗੁਪਤ। ਇਹਨਾਂ ਦਾ ਸਮਾਂ ਸੀ ਜੀ 240 ਤੋਂ ਲੈ ਕੇ 280 ਈਸਵੀ ਤੱਕ ਦਾ। ਸ਼੍ਰੀ ਗੁਪਤ ਨੂੰ ਜੀ ਗੁਪਤ ਸਾਮਰਾਜ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਸ਼੍ਰੀ ਗੁਪਤ ਬਾਰੇ ਜੇ ਆਪਾਂ ਨੂੰ ਜਾਣਕਾਰੀ ਦੀ ਗੱਲ ਕਰੀਏ ਤਾਂ ਇਹ ਮਿਲਦੀ ਹੈ ਜੀ ਪ੍ਰਯਾਗ ਪ੍ਰਸ਼ਸਤੀ ਅਭਿਲੇਖ ਤੋਂ। ਇਸ ਤੋਂ ਅਗਲਾ ਸ਼ਾਸਕ ਸੀ ਜੀ ਘਟੋਤਗਚ ਗੁਪਤ। ਇਹ ਜੀ ਸ਼੍ਰੀ ਗੁਪਤ ਦਾ ਪੁੱਤਰ ਸੀ ਤੇ ਇਸ ਦਾ ਸਮਾਂ ਸੀ ਜੀ 280 ਤੋਂ ਲੈ ਕੇ 320 ਈਸਵੀ ਤੱਕ ਦਾ। ਇਸ ਨੇ ਜੀ ਮਹਾਰਾਜ ਦੀ ਉਪਾਧੀ ਧਾਰਨ ਕੀਤੀ ਸੀ। ਜੋ ਘਟੋਤਗਚ ਗੁਪਤ ਸੀ ਜੀ, ਇਸ ਨੇ ਮਹਾਰਾਜ ਦੀ ਉਪਾਧੀ ਧਾਰਨ ਕੀਤੀ ਤੇ ਭਾਰਤੀ ਇਤਿਹਾਸ ਵਿੱਚ ਜੀ ਇਹ ਸਭ ਤੋਂ ਪਹਿਲਾ ਸ਼ਾਸਕ ਸੀ ਜਿਸ ਨੇ ਮਹਾਰਾਜ ਦੀ ਉਪਾਧੀ ਧਾਰਨ ਕੀਤੀ। ਸਭ ਤੋਂ ਪਹਿਲੀ ਲਾਈਨ ਦੇ ਵਿੱਚ ਆਪਾਂ ਪੜ੍ਹਿਆ ਜੀ ਕਿ ਗੁਪਤ ਵੰਸ਼ ਦਾ ਸਮਾਂ 300 ਈਸਵੀ ਤੋਂ ਮੰਨਿਆ ਜਾਂਦਾ ਹੈ, ਜਦੋਂ ਕਿ ਜੋ ਸ਼੍ਰੀ ਗੁਪਤ ਸੀ ਜੀ ਇਸ ਦਾ ਸਮਾਂ 240 ਈਸਵੀ ਤੋਂ ਸੀ। ਇਹ ਇਸ ਲਈ ਲਿਖਿਆ ਗਿਆ ਜੀ ਕਿਉਂਕਿ ਜੋ ਗੁਪਤ ਵੰਸ਼ ਦਾ ਜੀ ਸਮਾਂ ਮੰਨਿਆ ਜਾਂਦਾ ਹੈ, ਇਹ ਚੰਦਰਗੁਪਤ ਪਹਿਲੇ ਤੋਂ ਮੰਨਿਆ ਜਾਂਦਾ ਹੈ ਜੀ। ਚੰਦਰਗੁਪਤ ਜੋ ਪਹਿਲਾ ਸੀ ਜੀ, ਉਸੇ ਨੂੰ ਹੀ ਗੁਪਤ ਵੰਸ਼ ਦਾ ਜੀ ਵਾਸਤਵਿਕ ਸੰਸਥਾਪਕ ਮੰਨਿਆ ਜਾਂਦਾ ਹੈ ਤੇ ਉਸ ਦਾ ਸਮਾਂ ਜੀ 300 ਈਸਵੀ ਤੋਂ ਬਾਅਦ ਦਾ ਸੀ। ਇਸੇ ਲਈ ਜੀ ਜੋ ਗੁਪਤ ਵੰਸ਼ ਦਾ ਜੀ ਅਸਲੀ ਸਮਾਂ ਮੰਨਿਆ ਜਾਂਦਾ ਹੈ, ਇਹ 300 ਈਸਵੀ ਤੋਂ ਲੈ ਕੇ 550 ਈਸਵੀ ਤੱਕ ਦਾ ਮੰਨਿਆ ਜਾਂਦਾ ਹੈ ਜੀ। ਘਟੋਤਗਚ ਗੁਪਤ ਤੋਂ ਬਾਅਦ ਜੀ ਚੰਦਰਗੁਪਤ ਪਹਿਲਾ ਰਾਜਗੱਦੀ ਉੱਪਰ ਬੈਠਿਆ ਜੀ। ਇਸ ਦਾ ਸਮਾਂ ਸੀ ਜੀ 320 ਤੋਂ ਲੈ ਕੇ 335 ਈਸਵੀ ਤੱਕ ਦਾ। ਚੰਦਰਗੁਪਤ ਪਹਿਲੇ ਨੂੰ ਹੀ ਜੀ ਗੁਪਤ ਵੰਸ਼ ਦਾ ਅਸਲੀ ਸੰਸਥਾਪਕ ਮੰਨਿਆ ਜਾਂਦਾ ਹੈ ਜੀ, ਵਾਸਤਵਿਕ ਸੰਸਥਾਪਕ ਮੰਨਿਆ ਜਾਂਦਾ ਹੈ। ਜੋ ਚੰਦਰਗੁਪਤ ਪਹਿਲਾ ਹੈ ਜੀ, ਇਹ ਘਟੋਤਗਚ ਗੁਪਤ ਦਾ ਪੁੱਤਰ ਸੀ। ਚੰਦਰਗੁਪਤ ਨੇ ਜੀ ਲਛਵੀ ਵੰਸ਼ ਦੀ ਰਾਜਕੁਮਾਰੀ ਨਾਲ ਵਿਆਹ ਕਰਵਾ ਕੇ ਜੋ ਮਗਧ ਦਾ ਪ੍ਰਦੇਸ਼ ਸੀ, ਜੋ ਮਗਧ ਸਾਮਰਾਜ ਸੀ ਜੀ, ਇਸ ਨੂੰ ਆਪਣੇ ਖੇਤਰ ਦੇ ਵਿੱਚ ਮਿਲਾ ਲਿਆ ਸੀ। ਇੱਥੇ ਤੁਸੀਂ ਇੱਕ ਗੱਲ ਯਾਦ ਰੱਖੋ ਜੀ ਕਿ ਜੋ ਗੁਪਤ ਵੰਸ਼ ਸੀ, ਇਸ ਦੀ ਸ਼ੁਰੂਆਤ ਜੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਏਰੀਏ ਵਿੱਚ ਹੋਈ ਸੀ। ਪਹਿਲਾਂ ਇਹਨਾਂ ਕੋਲ ਜੀ ਕੇਵਲ ਉਹੀ ਏਰੀਆ ਸੀ। ਜਦੋਂ ਚੰਦਰਗੁਪਤ ਪਹਿਲੇ ਨੇ ਜੀ ਲਛਵੀ ਵੰਸ਼ ਦੀ ਰਾਜਕੁਮਾਰੀ ਨਾਲ ਵਿਆਹ ਕਰਵਾਇਆ ਤਾਂ ਉਸਨੇ ਜੀ ਮਗਧ ਸਾਮਰਾਜ ਨੂੰ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈ ਲਿਆ, ਕਿਉਂਕਿ ਜੀ ਉਸਨੇ ਮਗਧ ਦੇ ਨਾਲ ਵਿਆਹ ਸੰਬੰਧ ਕਾਇਮ ਕਰ ਲਏ ਸੀ। ਇਸ ਲਈ ਜੀ ਬ੍ਰੈਕਟ 'ਚ ਯੂਪੀ ਪਲੱਸ ਮਗਧ ਲਿਖਿਆ ਹੋਇਆ, ਕਿਉਂਕਿ ਉੱਤਰ ਪ੍ਰਦੇਸ਼ ਦਾ ਏਰੀਆ ਉਹਨਾਂ ਕੋਲ ਸ਼ੁਰੂਆਤ ਸੀ ਤੇ ਮਗਧ ਦਾ ਏਰੀਆ ਜੋ ਉਹ ਚੰਦਰਗੁਪਤ ਪਹਿਲੇ ਨੇ ਜੀ ਆਪਣੇ ਸਾਮਰਾਜ ਦੇ ਵਿੱਚ ਮਿਲਾਇਆ ਸੀ। ਚੰਦਰਗੁਪਤ ਪਹਿਲੇ ਦੇ ਬਾਅਦ ਜੀ ਉਸ ਦਾ ਪੁੱਤਰ ਸਮੁੰਦਰਗੁਪਤ ਉਹ ਰਾਜਗੱਦੀ ਤੇ ਬੈਠਦਾ ਹੈ ਅਤੇ ਸਮੁੰਦਰਗੁਪਤ ਹੀ ਜੀ ਗੁਪਤ ਸਾਮਰਾਜ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਹੈ। ਇਸ ਦੇ ਬਾਰੇ ਜੀ ਸਭ ਤੋਂ ਜ਼ਿਆਦਾ ਪ੍ਰਸ਼ਨ ਪੁੱਛੇ ਜਾਂਦੇ ਨੇ। ਹੁਣ ਆਪਾਂ ਗੱਲ ਕਰਦੇ ਹਾਂ ਜੀ ਗੁਪਤ ਵੰਸ਼ ਦੇ ਸਭ ਤੋਂ ਮਹਾਨ ਸ਼ਾਸਕ ਬਾਰੇ। ਇਹ ਸੀ ਜੀ ਸਮੁੰਦਰਗੁਪਤ। ਇਸ ਦਾ ਸਮਾਂ ਸੀ ਜੀ 335 ਤੋਂ ਲੈ ਕੇ 375 ਈਸਵੀ ਤੱਕ ਦਾ। ਜੋ ਸਮੁੰਦਰਗੁਪਤ ਸੀ ਜੀ, ਇਹ ਚੰਦਰਗੁਪਤ ਪਹਿਲੇ ਦਾ ਪੁੱਤਰ ਸੀ। ਸਮੁੰਦਰਗੁਪਤ ਨੂੰ ਜੀ ਗੁਪਤ ਵੰਸ਼ ਦਾ ਸਭ ਤੋਂ ਮਹਾਨ ਜੇਤੂ ਸ਼ਾਸਕ ਮੰਨਿਆ ਜਾਂਦਾ ਹੈ।
ਸਮੁੰਦਰਗੁਪਤ ਦਾ ਜੋ ਸਮਾਂ ਮੰਨਿਆ ਜਾਂਦਾ ਹੈ ਜੀ, ਇਸ ਨੂੰ ਗੁਪਤ ਕਾਲ ਦੀ ਤਰੱਕੀ ਦਾ ਸਮਾਂ ਕਿਹਾ ਜਾਂਦਾ ਹੈ ਜੀ। ਸਮੁੰਦਰਗੁਪਤ ਨੂੰ ਜੀ ਜੇਤੂ ਸ਼ਾਸਕ ਕਿਉਂ ਮੰਨਿਆ ਜਾਂਦਾ ਸੀ ਜੀ, ਇਸ ਦਾ ਪਤਾ ਜੀ ਆਪਾਂ ਨੂੰ ਨੀਚੇ ਵਾਲੀਆਂ ਲਾਈਨਾਂ ਪੜ੍ਹਨ ਤੋਂ ਲੱਗੇਗਾ। ਜੋ ਸਮੁੰਦਰਗੁਪਤ ਸੀ ਜੀ, ਇਸ ਨੇ ਉੱਤਰੀ ਭਾਰਤ ਦੇ ਵਿੱਚ 8 ਰਾਜਿਆਂ ਨੂੰ ਹਰਾ ਦਿੱਤਾ ਸੀ ਅਤੇ ਉਹਨਾਂ ਦੇ ਜੋ ਰਾਜ ਖੇਤਰ ਸੀ ਜੀ, ਉਹਨਾਂ ਨੂੰ ਆਪਣੇ ਸਾਮਰਾਜ ਦੇ ਵਿੱਚ ਮਿਲਾ ਲਿਆ। ਸਮੁੰਦਰਗੁਪਤ ਨੇ ਜੀ ਉੱਤਰੀ ਭਾਰਤ ਤੋਂ ਇਲਾਵਾ ਦੱਖਣੀ ਭਾਰਤ ਦੇ ਵਿੱਚ ਵੀ 12 ਰਾਜਿਆਂ ਨੂੰ ਹਰਾ ਕੇ ਜੀ ਗੁਪਤ ਸਾਮਰਾਜ ਦੇ ਵਿਸਥਾਰ ਨੂੰ ਦੱਖਣੀ ਭਾਰਤ ਦੇ ਵਿੱਚ ਵੀ ਕਰ ਦਿੱਤਾ ਸੀ। ਇਸ ਤਰ੍ਹਾਂ ਜੋ ਸਮੁੰਦਰਗੁਪਤ ਸੀ ਜੀ, ਉਸਨੇ ਆਪਣੀਆਂ ਜਿੱਤਾਂ ਦੇ ਦੁਆਰਾ ਜੋ ਇਹ ਗੁਪਤ ਸਾਮਰਾਜ ਸੀ, ਇਸ ਨੂੰ ਬਹੁਤ ਦੂਰ ਦੂਰ ਤੱਕ ਦੇ ਖੇਤਰ ਵਿੱਚ ਫੈਲਾ ਦਿੱਤਾ। ਇਹਨਾਂ ਸਭ ਜਿੱਤਾਂ ਬਾਰੇ ਜਾਣਕਾਰੀ ਆਪਾਂ ਨੂੰ ਜੀ ਹਰੀ ਸੇਨ ਦੇ ਦੁਆਰਾ ਜੋ ਪ੍ਰਯਾਗ ਪ੍ਰਸ਼ਸਤੀ ਅਭਿਲੇਖ ਲਿਖਿਆ ਗਿਆ, ਉਸ ਦੇ ਵਿੱਚੋਂ ਮਿਲਦੀ ਹੈ। ਇਹਨਾਂ ਜਿੱਤਾਂ ਕਰਕੇ ਹੀ ਜੀ ਇਸ ਨੂੰ ਇੰਨਾ ਮਹਾਨ ਸ਼ਾਸਕ ਮੰਨਿਆ ਜਾਂਦਾ ਹੈ ਜੀ। ਸਮੁੰਦਰਗੁਪਤ ਦੀਆਂ ਇਹਨਾਂ ਜਿੱਤਾਂ ਕਰਕੇ ਹੀ ਜੀ ਉਸ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ। ਇਹ ਪ੍ਰਸ਼ਨ ਬਹੁਤ ਵਾਰੀ ਐਗਜ਼ਾਮਸ ਦੇ ਵਿੱਚ ਆਇਆ ਜੀ ਕਿ ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ, ਤਾਂ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ ਜੀ ਸਮੁੰਦਰਗੁਪਤ ਨੂੰ। ਇਹ ਜ਼ਰੂਰ ਯਾਦ ਰੱਖਣਾ। ਇਹ ਨਾਮ ਜੀ ਸਮੁੰਦਰਗੁਪਤ ਨੂੰ ਕਿਸ ਨੇ ਦਿੱਤਾ, ਤੇ ਇਹ ਵੀ ਯਾਦ ਰੱਖ ਲੈਣਾ ਜੀ, ਇਹ ਨਾਮ ਦਿੱਤਾ ਗਿਆ ਸੀ ਜੀ ਬੀਟੀ ਸਮਿਥ ਦੁਆਰਾ। ਸਮੁੰਦਰਗੁਪਤ ਜੀ ਜੇਤੂ ਦੇ ਨਾਲ ਨਾਲ ਇੱਕ ਕਵੀ ਤੇ ਸੰਗੀਤ ਪ੍ਰੇਮੀ ਵੀ ਸੀ। ਜੋ ਸਮੁੰਦਰਗੁਪਤ ਸੀ ਜੀ, ਇਹ ਵੀਣਾ ਨਾਮ ਦਾ ਇੱਕ ਸਾਜ਼ ਵਜਾਉਂਦਾ ਸੀ। ਜਿਸ ਤਰ੍ਹਾਂ ਤੁਸੀਂ ਜੀ ਆ ਪਿਕਚਰ ਦੇ ਵਿੱਚ ਦੇਖ ਰਹੇ ਹੋ ਜੀ ਕਿ ਇੱਕ ਸਿਤਾਰ ਟਾਈਪ ਇੱਕ ਇਨਸਟਰੂਮੈਂਟ ਹੁੰਦਾ ਹੈ ਜੀ ਵੀਣਾ, ਜਿਸ ਨੂੰ ਸਮੁੰਦਰਗੁਪਤ ਵਜਾਉਂਦਾ ਸੀ, ਯਾਨੀ ਕਿ ਉਸ ਨੂੰ ਜੀ ਸੰਗੀਤ ਦੇ ਨਾਲ ਪ੍ਰੇਮ ਸੀ। ਸਮੁੰਦਰਗੁਪਤ ਦਾ ਜੀ ਇੱਕ ਹੋਰ ਨਾਮ ਵੀ ਬਹੁਤ ਮਸ਼ਹੂਰ ਹੈ, ਇਸ ਨੂੰ ਕਵਿਰਾਜ ਵੀ ਕਿਹਾ ਜਾਂਦਾ ਹੈ ਜੀ। ਜੇਕਰ ਆਪਾਂ ਗੱਲ ਕਰੀਏ ਜੀ ਕਿ ਸਮੁੰਦਰਗੁਪਤ ਦੇ ਦਰਬਾਰ ਵਿੱਚ ਕਵੀ ਕੌਣ ਸੀ, ਤਾਂ ਇਹ ਸੀ ਜੀ ਹਰੀ ਸੇਨ। ਹਰੀ ਸੇਨ ਜੀ ਮੰਤਰੀ ਦੇ ਨਾਲ ਨਾਲ ਇੱਕ ਦਰਬਾਰੀ ਕਵੀ ਵੀ ਸੀ। ਇਹ ਉਹੀ ਹਰੀ ਸੇਨ ਆ ਜੀ ਜਿਸ ਦੇ ਦੁਆਰਾ ਪ੍ਰਯਾਗ ਪ੍ਰਸ਼ਸਤੀ ਅਭਿਲੇਖ ਲਿਖਿਆ ਗਿਆ ਹੈ ਜੀ। ਸਮੁੰਦਰਗੁਪਤ ਤੋਂ ਬਾਅਦ ਜੋ ਅਗਲਾ ਸ਼ਾਸਕ ਗੱਦੀ ਤੇ ਬੈਠਾ ਹੈ, ਉਸ ਦਾ ਨਾਮ ਸੀ ਜੀ ਚੰਦਰਗੁਪਤ ਵਿਕਰਮਾਦਿੱਤਯ। ਇਸ ਦਾ ਸਮਾਂ ਸੀ ਜੀ 375 ਤੋਂ ਲੈ ਕੇ 415 ਈਸਵੀ ਤੱਕ ਦਾ। ਇਸ ਨੂੰ ਜੀ ਚੰਦਰਗੁਪਤ ਦੂਜਾ ਵੀ ਕਿਹਾ ਜਾਂਦਾ ਹੈ। ਚੰਦਰਗੁਪਤ ਦੂਜੇ ਨੇ ਜੀ ਜਦੋਂ ਸ਼ੱਕਾਂ ਨੂੰ ਹਰਾਇਆ ਤਾਂ ਉਸਨੇ ਜੀ ਸੋਨੇ ਦੇ ਸਿੱਕੇ ਚਲਾਏ ਅਤੇ ਉਸਨੇ ਜੀ ਵਿਕਰਮਾਦਿੱਤ ਦੀ ਉਪਾਧੀ ਧਾਰਨ ਕੀਤੀ ਸੀ। ਇਸ ਤੋਂ ਬਾਅਦ ਹੀ ਜੀ ਚੰਦਰਗੁਪਤ ਦੂਜੇ ਨੂੰ ਚੰਦਰਗੁਪਤ ਵਿਕਰਮਾਦਿੱਤ ਕਿਹਾ ਜਾਣ ਲੱਗਿਆ। ਜੋ ਇਹ ਚੰਦਰਗੁਪਤ ਦੂਸਰਾ ਸੀ ਜੀ, ਇਹ ਸਮੁੰਦਰਗੁਪਤ ਦਾ ਪੁੱਤਰ ਸੀ। ਚੰਦਰਗੁਪਤ ਵਿਕਰਮਾਦਿੱਤ ਦੇ ਸਮੇਂ ਜੀ ਗੁਪਤ ਸਾਮਰਾਜ ਬਹੁਤ ਵਿਸ਼ਾਲ ਖੇਤਰ ਦੇ ਵਿੱਚ ਫੈਲਿਆ ਹੋਇਆ ਸੀ। ਜੇਕਰ ਗੱਲ ਕਰੀਏ ਜੀ ਕਿ ਇਸ ਸਮੇਂ ਗੁਪਤ ਸਾਮਰਾਜ ਦਾ ਫੈਲਾਅ ਕਿੱਥੋਂ ਕਿੱਥੋਂ ਤੱਕ ਸੀ, ਤਾਂ ਇਹ ਸੀ ਜੀ ਪੱਛਮ ਦੇ ਵਿੱਚ ਗੁਜਰਾਤ ਤੱਕ, ਪੂਰਬ ਦੇ ਵਿੱਚ ਜੀ ਇਹ ਬੰਗਾਲ ਖੇਤਰ ਤੱਕ ਫੈਲਿਆ ਹੋਇਆ ਸੀ, ਉੱਤਰ ਵਾਲੇ ਪਾਸੇ ਜੀ ਇਹ ਹਿਮਾਲਿਆ ਤੱਕ ਫੈਲਿਆ ਸੀ, ਤੇ ਦੱਖਣ ਵਾਲੀ ਸਾਈਡ ਜੀ ਇਸ ਦੀ ਹੱਦ ਨਰਮਦਾ ਨਦੀ ਤੱਕ ਸੀ। ਚੰਦਰਗੁਪਤ ਵਿਕਰਮਾਦਿੱਤ ਦੇ ਸਮੇਂ ਹੀ ਜੀ ਇੱਕ ਚੀਨੀ ਬੌਧ ਯਾਤਰੀ ਭਾਰਤ ਦੇ ਵਿੱਚ ਆਇਆ, ਜਿਸ ਦਾ ਨਾਮ ਸੀ ਜੀ ਫਾਹਿਆਨ। ਉਸਨੇ ਜੀ ਭਾਰਤ ਦੀ ਖੁਸ਼ਹਾਲੀ ਨੂੰ ਵੇਖ ਕੇ ਇਸ ਨੂੰ ਜੀ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਸੀ। ਇਸੇ ਕਰਕੇ ਵੀ ਜੀ ਜੋ ਗੁਪਤ ਸਾਮਰਾਜ ਹੈ, ਇਸ ਨੂੰ ਭਾਰਤੀ ਇਤਿਹਾਸ ਦਾ ਜੀ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਚੰਦਰਗੁਪਤ ਦੂਜੇ ਦੇ ਦਰਬਾਰ ਵਿੱਚ ਜੀ 9 ਕਵੀ ਸੀ, ਜਿਨ੍ਹਾਂ ਨੂੰ 9 ਰਤਨ ਕਿਹਾ ਜਾਂਦਾ ਹੈ। ਇਹ ਕਵੀ ਕਿਹੜੇ ਕਿਹੜੇ ਸੀ ਜੀ, ਇਹ ਵੀ ਜਾਣ ਲੈਂਦੇ ਆ। ਪਹਿਲਾ ਸੀ ਜੀ ਕਾਲੀਦਾਸ, ਦੂਸਰਾ ਸੀ ਜੀ ਆਰੀਆ ਭੱਟ, ਤੀਸਰਾ ਸੀ ਜੀ ਵਿਸ਼ਾਖ ਦੱਤ, ਚੌਥਾ ਸੀ ਜੀ ਬ੍ਰਹਮਗੁਪਤ ਅਤੇ ਇੱਕ ਸੀ ਜੀ ਵਿਸ਼ਨੂੰ ਸ਼ਰਮਾ। ਇਹ ਜੋ ਮੁੱਖ ਜੀ ਇਹਨਾਂ ਦੇ ਵਿੱਚ ਕਵੀ ਸੀ, ਉਹਨਾਂ ਦੇ ਨਾਮ ਆਪਾਂ ਯਾਦ ਰੱਖਣੇ ਆ ਜੀ। ਚੰਦਰਗੁਪਤ ਦੂਜੇ ਨੇ ਜੀ ਮਹਿਰੌਲੀ ਵਿਖੇ ਇੱਕ ਲੋਹ ਸਤੰਭ ਦਾ ਨਿਰਮਾਣ ਕਰਵਾਇਆ ਜੀ। ਇਹ ਸਤੰਭ ਦੀ ਇੱਕ ਖਾਸੀਅਤ ਹੈ ਜੀ ਕਿ ਲੋਹੇ ਦੇ ਹੋਣ ਦੇ ਬਾਵਜੂਦ ਵੀ ਇਹਨੂੰ ਅੱਜ ਤੱਕ ਵੀ ਜੀ ਜੰਗ ਨਹੀਂ ਲੱਗੀ, ਇਸ ਨੂੰ ਜੰਗਾਲ ਨਹੀਂ ਲੱਗੀ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਜੀ ਇਹ ਸ਼ੁਰੂਆਤ ਦੇ ਵਿੱਚ ਸੀ। ਇੱਥੇ ਇੱਕ ਧਿਆਨ ਦੇਣ ਵਾਲੀ ਗੱਲ ਹੈ ਜੀ ਕਿ ਕਿਸੇ ਵੀ ਸਟੂਡੈਂਟ ਨੇ ਕਨਫਿਊਜ਼ ਨਹੀਂ ਹੋਣਾ ਹੈ ਜੀ ਕਿ ਚੰਦਰਗੁਪਤ ਦਾ ਨਾਮ ਵਾਰ-ਵਾਰ ਆ ਰਿਹਾ ਹੈ। ਟੋਟਲ ਹਿਸਟਰੀ ਦੇ ਵਿੱਚ 3 ਚੰਦਰਗੁਪਤਾ ਜੀ ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ। ਪਹਿਲਾ ਸੀ ਜੀ ਚੰਦਰਗੁਪਤ ਮੌਰੀਆ, ਜਿਸ ਨੇ ਮੌਰੀਆ ਵੰਸ਼ ਦੀ ਸ਼ੁਰੂਆਤ ਕੀਤੀ ਹੈ। ਦੂਸਰਾ ਹੈ ਜੀ ਚੰਦਰਗੁਪਤ ਪਹਿਲਾ, ਜਿਸ ਨੂੰ ਗੁਪਤ ਵੰਸ਼ ਦਾ ਸੰਸਥਾਪਕ ਮੰਨਿਆ ਜਾਂਦਾ ਹੈ ਜੀ, ਜਿਸ ਨੂੰ ਵਾਸਤਵਿਕ ਸੰਸਥਾਪਕ ਕਿਹਾ ਜਾਂਦਾ ਹੈ। ਅਤੇ ਤੀਸਰਾ ਹੈ ਜੀ ਚੰਦਰਗੁਪਤ ਵਿਕਰਮਾਦਿੱਤਯ, ਜਿਸ ਦੇ ਸਮੇਂ ਨੂੰ ਜੀ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਵੈਸੇ ਤਾਂ ਜੀ ਓਵਰਆਲ ਜੋ ਪੂਰਾ ਗੁਪਤ ਵੰਸ਼ ਹੈ, ਗੁਪਤ ਸਾਮਰਾਜ ਦਾ ਸਮਾਂ ਹੈ ਜੀ, ਇਸ ਨੂੰ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ। ਪਰ ਜੋ ਸਪੈਸ਼ਲੀ ਜੀ ਜਿਸ ਵਿਅਕਤੀ ਦੇ ਸ਼ਾਸਨ ਦੇ ਸਮੇਂ ਨੂੰ ਵੇਖ ਕੇ ਗੱਲ ਕਹੀ ਗਈ ਸੀ, ਉਹ ਸੀ ਜੀ ਚੰਦਰਗੁਪਤ ਵਿਕਰਮਾਦਿੱਤਯ, ਜਾਂ ਜਿਸ ਨੂੰ ਚੰਦਰਗੁਪਤ ਦੂਜਾ ਵੀ ਕਿਹਾ ਜਾਂਦਾ ਹੈ। ਇਹੀ ਟੋਟਲ ਜੀ 3 ਚੰਦਰਗੁਪਤਾ। ਇਹਨਾਂ ਦੇ ਬਾਰੇ ਤੁਸੀਂ ਕਨਫਿਊਜ਼ ਨਹੀਂ ਹੋਣਾ ਹੈ ਜੀ ਕਿ ਕਿਹੜਾ ਚੰਦਰਗੁਪਤ ਕਿਸ ਵੰਸ਼ ਦਾ ਹੈ ਤੇ ਕਿਹੜੇ ਦਾ ਕੀ ਇੰਪੋਰਟੈਂਸ ਹੈ ਜੀ। ਚੰਦਰਗੁਪਤ ਵਿਕਰਮਾਦਿੱਤ ਦੇ ਬਾਅਦ ਜੋ ਅਗਲਾ ਸ਼ਾਸਕ ਆਇਆ ਜੀ, ਉਸ ਦਾ ਨਾਮ ਸੀ ਕੁਮਾਰਗੁਪਤ। ਇਸ ਦਾ ਸਮਾਂ ਸੀ ਜੀ 415 ਤੋਂ ਲੈ ਕੇ 455 ਈਸਵੀ ਤੱਕ ਦਾ।
ਜੋ ਕੁਮਾਰਗੁਪਤ ਹੈ ਜੀ, ਇਹ ਚੰਦਰਗੁਪਤ ਵਿਕਰਮਾਦਿੱਤ ਦਾ ਪੁੱਤਰ ਸੀ। ਕੁਮਾਰਗੁਪਤ ਦੇ ਸਮੇਂ ਜੀ ਜੋ ਹੂਣਾ ਵਿਦੇਸ਼ੀ ਹਮਲਾਵਰ ਜਾਤੀ ਸੀ, ਉਸਨੇ ਜੀ ਗੁਪਤ ਸਾਮਰਾਜ ਤੇ ਹਮਲਾ ਕੀਤਾ। ਇਸ ਹਮਲੇ ਸਮੇਂ ਜੀ ਗੁਪਤ ਸੈਨਾ ਦੀ ਜਿਸ ਨੇ ਅਗਵਾਈ ਕੀਤੀ ਹੈ ਉਹ ਕੁਮਾਰਗੁਪਤ ਦਾ ਪੁੱਤਰ ਸੀ ਜੀ, ਜਿਸ ਦਾ ਨਾਮ ਸੀ ਸਿਕੰਦਗੁਪਤ। ਇਸ ਹਮਲੇ ਵਿੱਚ ਜੀ ਹੂਣਾ ਦੀ ਹਾਰ ਹੋਈ। ਕੁਮਾਰਗੁਪਤ ਨੇ ਜੀ ਆਪਣੇ ਸ਼ਾਸਨ ਕਾਲ ਦੇ ਸਮੇਂ ਵਿੱਚ ਇੱਕ ਬਹੁਤ ਮਹੱਤਵਪੂਰਨ ਕੰਮ ਕੀਤਾ। ਇਹ ਕੰਮ ਕਿਹੜਾ ਸੀ ਜੀ, ਇਸ ਦੇ ਬਾਰੇ ਜਾਣ ਲੈਂਦੇ ਹਾਂ। ਕੁਮਾਰਗੁਪਤ ਨੇ ਜੀ ਨਾਲੰਦਾ ਵਿਸ਼ਵ ਵਿਦਿਆਲੇ ਦੀ ਸਥਾਪਨਾ ਕੀਤੀ ਹੈ। ਇਹ ਵਿਸ਼ਵ ਵਿਦਿਆਲੇ ਜੀ ਪੂਰੀ ਦੁਨੀਆ ਦੇ ਵਿੱਚ ਬਹੁਤ ਪ੍ਰਸਿੱਧ ਹੋਇਆ ਤੇ ਵਿਦੇਸ਼ਾਂ ਵਿੱਚੋਂ ਵੀ ਲੋਕ ਜੀ ਇਸ ਵਿਸ਼ਵ ਵਿਦਿਆਲੇ ਦੇ ਵਿੱਚ ਆ ਕੇ ਭਾਰਤ ਦੇ ਇਤਿਹਾਸ ਨੂੰ ਅਤੇ ਭਾਰਤ ਦੀ ਜਾਣਕਾਰੀ ਨੂੰ ਜੀ ਜਾਣਦੇ ਸੀ ਅਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਸੀ। ਹੁਣ ਆਪਾਂ ਜਾਣਦੇ ਹਾਂ ਜੀ ਕਿ ਕੁਮਾਰਗੁਪਤ ਤੋਂ ਬਾਅਦ ਰਾਜਗੱਦੀ ਉੱਪਰ ਕੌਣ ਬੈਠਿਆ। ਇਹ ਸੀ ਜੀ ਸਿਕੰਦਗੁਪਤ। ਇਸ ਦਾ ਸਮਾਂ ਸੀ ਜੀ 455 ਤੋਂ ਲੈ ਕੇ 467 ਈਸਵੀ ਤੱਕ ਦਾ। ਜੋ ਸਿਕੰਦਗੁਪਤ ਸੀ ਜੀ ਇਹ ਕੁਮਾਰਗੁਪਤ ਦਾ ਪੁੱਤਰ ਸੀ। ਸਿਕੰਦਗੁਪਤ ਨੂੰ ਜੀ ਗੁਪਤ ਸਾਮਰਾਜ ਦਾ ਆਖਰੀ ਸ਼ਕਤੀਸ਼ਾਲੀ ਸ਼ਾਸਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਜੀ ਕਿ ਜੋ ਸਿਕੰਦਗੁਪਤ ਸੀ ਇਸ ਦੇ ਸਮੇਂ ਤੋਂ ਬਾਅਦ ਹੀ ਜੀ ਜਿੰਨੇ ਵੀ ਵੰਸ਼ਜ ਹੋਏ ਆ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ ਅਤੇ ਉਹ ਆਪਣੇ ਸਾਮਰਾਜ ਨੂੰ ਜੀ ਵਧੇਰੇ ਸ਼ਕਤੀਸ਼ਾਲੀ ਨਹੀਂ ਬਣਾ ਕੇ ਰੱਖ ਸਕੇ ਤੇ ਬਾਅਦ ਦੇ ਵਿੱਚ ਜੀ ਹੌਲੀ ਹੌਲੀ ਇਹ ਜੋ ਸਾਮਰਾਜ ਸੀ ਜੀ ਗੁਪਤ ਸਾਮਰਾਜ ਸੀ ਇਹ ਪਤਨ ਵੱਲ ਵਧਣਾ ਸ਼ੁਰੂ ਹੋ ਗਿਆ। ਭਾਵੇਂ ਕਿ ਗੁਪਤ ਵੰਸ਼ ਦਾ ਜੋ ਪਤਨ ਹੋਇਆ ਜੀ ਇਹ ਸਿਕੰਦਗੁਪਤ ਦੇ ਸਮੇਂ ਤੋਂ ਲਗਭਗ 100 ਸਾਲ ਬਾਅਦ ਹੋਇਆ, ਪਰ ਜੋ ਇਸ ਸਮੇਂ ਦੇ ਵਿੱਚ ਜੀ ਸ਼ਾਸਕ ਹੋਏ ਸੀ ਇਹ ਵਧੇਰੇ ਯੋਗ ਨਹੀਂ ਸੀ ਤੇ ਇਹਨਾਂ ਦੇ ਕੋਲੋਂ ਜੀ ਆਪਣਾ ਸਾਮਰਾਜ ਵੀ ਵਧੀਆ ਢੰਗ ਨਾਲ ਨਹੀਂ ਸੰਭਾਲਿਆ ਜਾ ਰਿਹਾ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਸਿਕੰਦਗੁਪਤ ਦੇ ਸਮੇਂ ਦੀ। ਸਿਕੰਦਗੁਪਤ ਦੇ ਸਮੇਂ ਜੀ ਹੂਣਾ ਨੇ ਦੁਬਾਰਾ ਤੋਂ ਫਿਰ ਇਹਨਾਂ ਦੇ ਸਾਮਰਾਜ ਦੇ ਉੱਪਰ ਹਮਲਾ ਕੀਤਾ। ਸਿਕੰਦਗੁਪਤ ਨੇ ਜੀ ਇਸ ਵਾਰ ਵੀ ਇਹਨਾਂ ਦਾ ਸਾਹਮਣਾ ਕੀਤਾ ਅਤੇ ਹੂਣਾ ਦੇ ਉੱਪਰ ਜੀ ਜਿੱਤ ਪ੍ਰਾਪਤ ਕੀਤੀ। ਆਪਾਂ ਪੜ੍ਹਿਆ ਸੀ ਕਿ ਜੀ ਕੁਮਾਰਗੁਪਤ ਦੇ ਸਮੇਂ ਵੀ ਹੂਣਾ ਨੇ ਹਮਲਾ ਕੀਤਾ ਸੀ। ਉਸ ਸਮੇਂ ਵੀ ਜੋ ਗੁਪਤ ਸੈਨਾ ਸੀ ਜੀ ਉਸ ਦੀ ਅਗਵਾਈ ਸਿਕੰਦਗੁਪਤ ਦੇ ਦੁਆਰਾ ਹੀ ਕੀਤੀ ਗਈ ਸੀ। ਹੂਣਾ ਤੋਂ ਬਾਅਦ ਜੀ ਸਿਕੰਦਗੁਪਤ ਦੇ ਸਾਮਰਾਜ ਦੇ ਉੱਪਰ ਪੁਸ਼ਯਮਿੱਤਰ ਨਾਮ ਦੀ ਜਾਤੀ ਦੇ ਦੁਆਰਾ ਹਮਲਾ ਕੀਤਾ ਗਿਆ। ਸਿਕੰਦਗੁਪਤ ਨੇ ਜੀ ਇਸ ਜਾਤੀ ਨੂੰ ਵੀ ਹਰਾ ਦਿੱਤਾ। ਜੋ ਸਿਕੰਦਗੁਪਤ ਹੈ ਜੀ ਇੱਕ ਮਹਾਨ ਜੇਤੂ ਦੇ ਨਾਲ ਨਾਲ ਜੀ ਇੱਕ ਦਿਆਲੂ ਸ਼ਾਸਕ ਸੀ। ਇਸ ਦਾ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਜੀ, ਇਸ ਦੇ ਬਾਰੇ ਗੱਲ ਕਰਦੇ ਹਾਂ। ਸਿਕੰਦਗੁਪਤ ਦੇ ਸਮੇਂ ਜੀ ਇੱਕ ਵਾਰੀ ਬਹੁਤ ਭਾਰੀ ਬਾਰਿਸ਼ ਹੋਈ ਜਿਸ ਕਰਕੇ ਜੋ ਸੁਦਰਸ਼ਨ ਝੀਲ ਹੈ ਜੀ ਉਸ ਦਾ ਇੱਕ ਬੰਨ ਟੁੱਟ ਗਿਆ। ਸਿਕੰਦਗੁਪਤ ਨੇ ਜੀ ਆਪਣੇ ਖਜ਼ਾਨੇ ਦੇ ਵਿੱਚੋਂ ਪੈਸੇ ਲਗਾ ਕੇ ਜੀ ਇਸ ਬੰਨ ਨੂੰ ਬਹੁਤ ਜਲਦੀ ਠੀਕ ਕਰਵਾ ਦਿੱਤਾ ਅਤੇ ਲੋਕਾਂ ਦੀ ਸਹਾਇਤਾ ਕੀਤੀ ਜੀ। ਉਸਨੇ ਕਿਸੇ ਵੀ ਵਿਅਕਤੀ ਤੋਂ ਜੀ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਤੋਂ ਕਿਸੇ ਪ੍ਰਕਾਰ ਦਾ ਕਰ ਨਹੀਂ ਲਿਆ। ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਜੀ ਕਿ ਜੋ ਸਿਕੰਦਗੁਪਤ ਸੀ ਉਹ ਇੱਕ ਦਿਆਲੂ ਸੁਭਾਅ ਵਾਲਾ ਸ਼ਾਸਕ ਸੀ। ਸਿਕੰਦਰਗੁਪਤ ਤੋਂ ਬਾਅਦ ਜੀ ਜੋ ਉਸ ਦੇ ਵੰਸ਼ਜ ਹੋਏ ਆ ਉਹ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ ਤੇ ਉਹਨਾਂ ਬਾਰੇ ਜੀ ਜ਼ਿਆਦਾ ਆਪਾਂ ਨੂੰ ਪ੍ਰਸ਼ਨ ਨਹੀਂ ਪੁੱਛੇ ਜਾਂਦੇ। ਜੋ ਦੋ ਸ਼ਾਸਕਾਂ ਬਾਰੇ ਆਪਾਂ ਨੂੰ ਪ੍ਰਸ਼ਨ ਆ ਜਾਂਦੇ ਆ ਜੀ ਉਹਨਾਂ ਬਾਰੇ ਗੱਲ ਕਰ ਲੈਂਦੇ ਆ। ਇੱਕ ਹੈ ਜੀ ਭਾਨੂਗੁਪਤ। ਭਾਨੂਗੁਪਤ ਦੇ ਦੁਆਰਾ ਜੀ ਇੱਕ ਅਭਿਲੇਖ ਲਿਖਿਆ ਗਿਆ, ਏਰਨ ਅਭਿਲੇਖ। ਇਹ ਲਿਖਿਆ ਗਿਆ ਜੀ 510 ਈਸਵੀ ਦੇ ਵਿੱਚ। ਏਰਨ ਅਭਿਲੇਖ ਤੋਂ ਜੀ ਆਪਾਂ ਨੂੰ ਸਤੀ ਪ੍ਰਥਾ ਦੇ ਸਬੂਤ ਮਿਲਦੇ ਆ। ਇਹੀ ਪ੍ਰਸ਼ਨ ਹੈ ਜੀ ਜੋ ਭਾਨੂਗੁਪਤ ਦੇ ਬਾਰੇ ਆਪਾਂ ਨੂੰ ਪੁੱਛਿਆ ਜਾਂਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਗੁਪਤ ਵੰਸ਼ ਦਾ ਆਖਰੀ ਸ਼ਾਸਕ ਕਿਹੜਾ ਸੀ। ਗੁਪਤ ਵੰਸ਼ ਦਾ ਆਖਰੀ ਸ਼ਾਸਕ ਸੀ ਜੀ ਵਿਸ਼ਨੂਗੁਪਤ। ਇਸ ਦਾ ਸਮਾਂ ਸੀ ਜੀ 550 ਈਸਵੀ ਤੱਕ ਦਾ। ਇਸ ਤੋਂ ਬਾਅਦ ਜੋ ਗੁਪਤ ਵੰਸ਼ ਸੀ ਜੀ ਉਸ ਦਾ ਪਤਨ ਹੋ ਜਾਂਦਾ ਹੈ ਜੀ ਅਤੇ ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਿਆ ਜੀ ਕਿ ਗੁਪਤ ਵੰਸ਼ ਦਾ ਸਮਾਂ ਕੀ ਸੀ, ਉਸ ਦੇ ਵੱਖ-ਵੱਖ ਜੋ ਸ਼ਾਸਕ ਹੋਇਆ ਜੀ ਉਹਨਾਂ ਦੇ ਬਾਰੇ ਆਪਾਂ ਗੱਲ ਕੀਤੀ ਹੈ। ਗੁਪਤ ਵੰਸ਼ ਦੇ ਬਾਰੇ ਜੀ ਇੱਕ ਹੋਰ ਵੀਡੀਓ ਆਏਗੀ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕਿ ਗੁਪਤ ਵੰਸ਼ ਦਾ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਸੀ, ਉਸ ਸਮੇਂ ਦੇ ਲੋਕਾਂ ਦਾ ਜੀਵਨ ਕੀ ਸੀ ਅਤੇ ਉਸ ਸਮੇਂ ਜੋ ਕਲਾ ਦਾ ਵਿਕਾਸ ਹੋਇਆ ਜੀ ਉਸ ਦੇ ਬਾਰੇ ਆਪਾਂ ਗੱਲ ਕਰਾਂਗੇ। ਵੀਡੀਓ ਚੰਗੀ ਲੱਗੀ ਤੇ ਜੀ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਕੰਪੀਟੀਟਿਵ ਐਗਜ਼ਾਮ ਦੀ ਪ੍ਰੈਪਰੇਸ਼ਨ ਲਈ ਜੀ ਤੇ ਗਵਰਨਮੈਂਟ ਜੌਬ ਅਪਡੇਟ ਲਈ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ। ਪੰਜਾਬ ਐਜੂਕੇਸ਼ਨ ਚੈਨਲ ਨੂੰ ਜੀ ਇੰਸਟਾਗ੍ਰਾਮ ਤੇ ਟੈਲੀਗ੍ਰਾਮ ਤੇ ਵੀ ਫੋਲੋ ਕਰੋ ਜੀ।